ਵਾਹਿਗੁਰੂ 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 ਵਾਹਿਗੁਰੂ। ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ, ਹੋਏ ਸੇਵਨ ਸਮਰੱਥ ਆਪਣਾ ਬਿਨਸੇ ਸਭ ਮੰਦਾ। ਪਤਿਤ ਉਦਾਹਰਨ ਪਾਰ ਬ੍ਰਹਮ ਸੰਤ ਬੇਦ ਕਹੰਦਾ, ਭਗਤ ਵਛਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ। ਨਾਨਕ ਜਾਚੈ ਏਕ ਨਾਮ ਮਨ ਤਨ ਪਾਵੰਦਾ। ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਲਗਤੇ ਜਿਗਰ। ਧੰਨ ਧੰਨ ਮਾਤਾ ਸੁਲੱਖਣੀ ਜੀ ਦੀ ਅੱਖ ਦੇ ਤਾਰੇ। ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ, ਜਿਨ੍ਹਾਂ ਨੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਪਿੰਡ ਪਿੰਡ ਥਾਂ ਥਾਂ ਦੇਸ਼ ਵਿਦੇਸ਼ਾਂ ਵਿੱਚ ਕਰ ਦਿੱਤਾ। ਜਿੱਥੇ ਰੱਬ ਦੀਆਂ ਰੰਗੀਆਂ ਹੋਈਆਂ ਰੂਹਾਂ ਬੈਠ ਜਾਂਦੀਆਂ ਨੇ, ਜਿੱਥੇ ਭਜਨੀਕ ਉਸ ਅਕਾਲ ਪੁਰਖ ਦਾ ਗਾਇਨ ਕਰਦੇ ਨੇ, ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ। ਜਿੱਥੇ ਰੱਬ ਦੇ ਗੀਤ ਗਾਏ ਜਾਂਦੇ ਨੇ, ਜਿੱਥੇ ਪਰਮਾਤਮਾ ਦਾ ਸੁਨੇਹਾ ਦਿੱਤਾ ਜਾਂਦਾ ਹੈ, ਉਹ ਜਗ੍ਹਾ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਭਾਗਾਂ ਵਾਲੀ ਬਣ ਜਾਂਦੀ ਹੈ। ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਦੁਨੀਆ ਨੂੰ ਤਾਰਦਿਆਂ ਤਾਰਦਿਆਂ ਕਾਦਰਾਬਾਦ ਦੇ ਜੰਗਲਾਂ ਵਿੱਚ ਆ ਬੈਠੇ। ਜਦੋਂ ਇਸ ਜੰਗਲ ਵਿੱਚ ਆਏ ਤਾਂ ਬੜੀ ਸੋਹਣੀ ਜਗ੍ਹਾ ਲੱਗੀ। ਮਹਾਰਾਜ ਨੂੰ ਇਹ ਸੰਘਣਾ ਬਨ ਬੜਾ ਹੀ ਪਸੰਦ ਆਇਆ ਕਿ ਇੱਥੇ ਪਰਮਾਤਮਾ ਦੀ ਬੰਦਗੀ ਵਿੱਚ ਕਰਨ ਦਾ ਆਨੰਦ ਵੱਖਰਾ ਬਣ ਜਾਏਗਾ। ਇਹ ਧਰਤੀ ਪੂਜਨੀਕ ਹੈ, ਭਾਗਾਂ ਵਾਲੀ ਹੈ। ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਨੇ ਇੱਥੇ ਧੂਣਾ ਜਗਾ ਲਿਆ। ਇੱਥੇ ਬੈਠ ਕੇ ਪਰਮਾਤਮਾ ਦੇ ਗੁਣ ਗਾਉਂਦੇ ਨੇ। ਭਾਈ ਕਮਲੀਆ ਜੀ ਹੋਰ ਚੇਲੇ ਉਸ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹਦੇ ਨਾਮ ਦੇ ਗੀਤ ਗਾ ਰਹੇ ਨੇ। ਇੱਕ ਦਿਨ ਲਾਹੌਰ ਵਿੱਚ ਆਪਣੇ ਦਰਬਾਰ ਵਿੱਚ ਬੈਠਿਆਂ ਬਾਦਸ਼ਾਹ ਜਹਾਂਗੀਰ ਨੇ ਆਪਣੇ ਮੁਰਸ਼ਦ ਮੀਆਂ ਮੀਰ ਜੀ ਨੂੰ ਪੁੱਛਿਆ ਕਿ ਹੇ ਪੀਰ ਜੀ, ਜਿਸ ਪ੍ਰਕਾਰ ਅੱਜ ਮੈਂ ਭਾਰਤ ਦਾ ਸਭ ਤੋਂ ਵੱਡਾ ਬਾਦਸ਼ਾਹ ਹਾਂ, ਇਸੇ ਪ੍ਰਕਾਰ ਅੱਜ ਤੁਹਾਡੇ ਫਕੀਰਾਂ ਦਾ ਕੌਣ ਬਾਦਸ਼ਾਹ ਹੈ ਜੋ ਜੱਪੀ ਤਿਆਗੀ ਬ੍ਰਹਮਚਾਰੀ ਹੋਵੇ। ਤਦ ਮੀਆਂ ਮੀਰ ਜੀ ਨੇ ਬਾਦਸ਼ਾਹ ਨੂੰ ਦੱਸਿਆ ਕਿ ਅੱਜ ਦੇ ਫਕੀਰਾਂ ਦੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਹਨ। ਆਪ ਜੀ ਤਾਂ ਇਹੋ ਸਮਝੋ ਕਿ ਅੱਲਾਹ ਪਾਕ ਨੇ ਹੀ ਜ਼ਮੀਨ ਤੇ ਅਵਤਾਰ ਧਾਰਿਆ ਹੈ। ਤਦ ਬਾਦਸ਼ਾਹ ਨੇ ਕਿਹਾ ਕਿ ਮੈਂ ਉਹਨਾਂ ਦੀ ਸੋਭਾ ਤਾਂ ਬਹੁਤ ਸੁਣੀ ਹੈ, ਪਰ ਦਰਸ਼ਨ ਨਹੀਂ ਕੀਤੇ। ਫਿਰ ਪੀਰ ਜੀ ਨੇ ਕਿਹਾ ਕਿ ਫਰਜ਼ ਤਾਂ ਇਹੋ ਬਣਦਾ ਹੈ ਕਿ ਆਪ ਉਹਨਾਂ ਦੇ ਪਾਸ ਚਲੇ ਜਾਵੋ, ਦਰਸ਼ਨ ਕਰਕੇ ਮੂੰਹ ਮੰਗੀਆਂ ਮੁਰਾਦਾਂ ਹਾਸਲ ਕਰੋ। ਇਹ ਜ਼ਰੂਰੀ ਕੰਮਾਂ ਵਿੱਚ ਫੁਰਸਤ ਨਹੀਂ ਤਾਂ ਸ਼ਾਹੀ ਸਵਾਰ ਭੇਜ ਕੇ ਬੜੇ ਆਦਰ ਸਤਿਕਾਰ ਨਾਲ ਉਹਨਾਂ ਨੂੰ ਉੱਥੋਂ ਮੰਗਵਾ ਕੇ ਮਨ ਨੂੰ ਸ਼ਾਂਤੀ ਦੇਵੋ। ਬਾਦਸ਼ਾਹ ਨੇ ਸ਼ਾਹੀ ਕੰਮਾਂ ਵਿੱਚ ਬਹੁਤ ਰੁਝੇਵਿਆਂ ਦੇ ਕਾਰਨ ਆਪਣੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਕੁਝ ਅਫਸਰਾਂ ਸਹਿਤ ਆਪ ਭਗਵਾਨ ਸ਼੍ਰੀ ਚੰਦਰ ਜੀ ਨੂੰ ਹਾਥੀ ਦੀ ਅਸਵਾਰੀ ਕਰਾ ਕੇ ਕਾਦਰਾਬਾਦ ਦੇ ਜੰਗਲਾਂ ਵਿੱਚੋਂ ਬੜੇ ਸਤਿਕਾਰ ਨਾਲ ਲਾਹੌਰ ਲੈ ਕੇ ਆਓ। ਦੂਸਰੇ ਦਿਨ ਬਾਦਸ਼ਾਹ ਦੇ ਹੁਕਮ ਨਾਲ ਪਹਿਲਾ ਅਫਸਰ ਹਾਥੀ ਸਹਿਤ ਵਜ਼ੀਰ ਹੋਰੀ ਲੈ ਕੇ ਚੱਲ ਪਏ। 4 ਦਿਨ ਦੀ ਮੰਜ਼ਲ ਮਾਰ ਕੇ ਕਾਦਰਾਬਾਦ ਦੇ ਜੰਗਲਾਂ ਵਿੱਚ ਪਹੁੰਚ ਕੇ ਵਜ਼ੀਰ ਨੇ ਭਗਵਾਨ ਦੇ ਸਾਹਮਣੇ ਬਾਦਸ਼ਾਹ ਜਹਾਂਗੀਰ ਦੀ ਬੇਨਤੀ ਸੁਣਾਈ ਕਿ ਬਾਦਸ਼ਾਹ ਨੇ ਖੁਦ ਆਪ ਜੀ ਦੀ ਹਾਜ਼ਰੀ ਭਰਨੀ ਸੀ, ਪਰ ਸ਼ਾਹੀ ਕੰਮਾਂ ਵਿੱਚ ਜ਼ਿਆਦਾ ਰੁਝੇਵੇਂ ਹੋਣ ਦੇ ਕਾਰਨ ਦਰਸ਼ਨ ਨਹੀਂ ਕਰ ਸਕਿਆ ਤੇ ਆਪ ਜੀ ਨੂੰ ਲਾਹੌਰ ਆਉਣ ਲਈ ਕਿਹਾ ਹੈ। ਸੋ ਕਿਰਪਾ ਕਰੋ ਜੀ, ਸ਼ਾਹੀ ਸਵਾਰੀ ਵੀ ਆਪ ਲਈ ਤਿਆਰ ਖੜੀ ਹੈ। ਭਗਵਾਨ ਸ਼੍ਰੀ ਚੰਦਰ ਜੀ ਨੇ ਸ਼ਾਹ ਜਹਾਂਗੀਰ ਦੀ ਬੇਨਤੀ ਪ੍ਰਵਾਨ ਕਰਦਿਆਂ ਉਹਨਾਂ ਅਹਿਲਕਾਰਾਂ ਨੂੰ ਕਿਹਾ ਕਿ ਸਾਡੀ ਲੋਈ ਹੈ, ਇਸ ਨੂੰ ਆਪ ਹਾਥੀ ਤੇ ਰੱਖੋ, ਅਸੀਂ ਪੀ ਆਉਂਦੇ ਹਾਂ। ਭਾਈ ਕਮਲੀਏ ਤੋਂ ਲੋਈ ਲੈ ਕੇ ਜਦ ਇੱਕ ਅਫਸਰ ਨੇ ਲੋਈ
ਹਾਥੀ ਉੱਪਰ ਰੱਖੀ ਤਾਂ ਭਾਰ ਨਾ ਹਾਥੀ ਦੀਆਂ ਲੱਤਾਂ ਚਾਰੇ ਜ਼ਮੀਨ ਵਿੱਚ ਤਸ ਗਈਆਂ। ਹਾਥੀ ਵਿਆਕਲ ਹੋ ਕੇ ਚਿੰਗਾੜਨ ਲੱਗ ਪਿਆ। ਤਦ ਬਾਬਾ ਜੀ ਨੇ ਅਹਿਲਕਾਰ ਨੂੰ ਇਸ਼ਾਰਾ ਕਰਕੇ ਲੋਈ ਹਾਥੀ ਉੱਤੋਂ ਲੁਹਾ ਦਿੱਤੀ। ਲੋਈ ਲਾਉਣ ਦੀ ਦੇਰ ਸੀ ਕਿ ਹਾਥੀ ਦੀਆਂ ਲੱਤਾਂ ਝੱਟ ਜ਼ਮੀਨ ਤੇ ਆ ਗਈਆਂ। ਇਹ ਕੌਤਕ ਵੇਖ ਕੇ ਸਭ ਅਹਿਲਕਾਰਾਂ ਨੇ ਚਰਨਾਂ ਤੇ ਢਹਿ ਕੇ ਸਜਦਾ ਕੀਤਾ। ਭਗਵਾਨ ਜੀ ਦੀ ਅਲਾਹੀ ਸੂਰਤ 'ਚ ਉਹਨਾਂ ਦਾ ਸਾਖਸ਼ਾਤ ਰਸੂਲ ਦੇ ਦਰਸ਼ਨ ਕੀਤੇ। ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਪਰਿਵਾਰ ਹੁਣ ਕੀ ਹੁਕਮ ਹੈ? ਆਪ ਜੀ ਲਈ ਕਿਹੜੀ ਸਵਾਰੀ ਦਾ ਪ੍ਰਬੰਧ ਕਰੀਏ? ਕਿਉਂਕਿ ਜੇ ਆਪ ਪੈਦਲ ਗਏ ਤਾਂ ਬਾਦਸ਼ਾਹ ਸਲਾਮਤ ਸਾਡੇ ਤੇ ਨਾਰਾਜ਼ ਹੋਣਗੇ। ਕਿਰਪਾ ਕਰੋ, ਮਿਹਰ ਕਰੋ। ਇਹਨਾਂ ਖਿਦਮਤਗਾਰਾਂ ਨੂੰ ਦੱਸੋ ਕਿ ਬਾਦਸ਼ਾਹ ਨੂੰ ਜਾ ਕੇ ਆਪ ਦਾ ਕੀ ਪੈਗਾਮ ਦਈਏ। ਤਾਂ ਭਗਵਾਨ ਸ਼੍ਰੀ ਚੰਦਰ ਜੀ ਨੇ ਕਿਹਾ, ਆਪ ਡਰੋ ਨਾ, ਅਸੀਂ ਤੁਹਾਡੀ ਪੂਰਨ ਸਹਾਇਤਾ ਕਰਾਂਗੇ। ਬਾਦਸ਼ਾਹ ਆਪ ਨੂੰ ਕੁਝ ਨਹੀਂ ਕਹੇਗਾ। ਆਪ ਆਪਣਾ ਹਾਥੀ ਲੈ ਕੇ ਜਾਵੋ, ਅਸੀਂ ਛੇਤੀ ਹੀ ਲਾਹੌਰ ਪਹੁੰਚ ਜਾਵਾਂਗੇ। ਜਦ ਅਫਸਰ ਹਾਥੀ ਸਮੇਤ ਚਲੇ ਗਏ ਤਾਂ ਮਗਰੋਂ ਭਗਵਾਨ ਸ਼੍ਰੀ ਚੰਦਰ ਜੀ ਵੀ ਕਮਲੀਏ ਦੇ ਮੋਢਿਆਂ ਤੇ ਅਸਵਾਰ ਹੋ ਕੇ ਪਵਨ ਰੂਪ ਹੋ ਕੇ ਛਿਨ ਵਿੱਚ ਲਾਹੌਰ ਪਹੁੰਚੇ। ਬਾਦਸ਼ਾਹ ਨੂੰ ਖਬਰ ਭੇਜੀ ਗਈ ਤਾਂ ਬਾਦਸ਼ਾਹ ਅੱਗੋਂ ਲੈਣ ਨੂੰ ਆਇਆ। ਬੜੇ ਸਤਿਕਾਰ ਨਾਲ ਰਾਜ ਸਭਾ ਵਿੱਚ ਲਿਜਾ ਕੇ ਇੱਕ ਸਿੰਘਾਸਨ ਤੇ ਜਾ ਕੇ ਬਿਠਾ ਦਿੱਤਾ। ਸਭਾ 'ਚ ਜੋ ਵਜ਼ੀਰ ਅਮੀਰਾਂ ਨਾਲ ਸਜੀ ਹੋਈ ਸੀ, ਸਭ ਨੇ ਸੀਸ ਨਿਵਾ ਕੇ ਮੱਥਾ ਟੇਕਿਆ। ਫਿਰ ਆਪੋ ਆਪਣੀਆਂ ਥਾਵਾਂ ਤੇ ਬੈਠ ਗਏ। ਬਾਦਸ਼ਾਹ ਭਗਵਾਨ ਸ਼੍ਰੀ ਚੰਦਰ ਜੀ ਦੇ ਸਾਰੇ ਮਾਰਫਤ ਦੀਆਂ ਗੱਲਾਂ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਦੇ ਲਗਤੇ ਜਿਗਰ ਨੇ। ਇਤਨੇ ਵਿੱਚ ਮਹਿਲਾਂ 'ਚ ਇੱਕ ਨੌਕਰ ਬਾਦਸ਼ਾਹ ਪਾਸ ਆਇਆ ਤੇ ਸੰਦੇਸ਼ ਦਿੱਤਾ ਕਿ ਹੇ ਬਾਦਸ਼ਾਹ ਜੀ, ਆਪ ਜੀ ਦਾ ਸਹਿਜਾਦਾ ਗੁੱਡੀ ਉਡਾ ਰਿਹਾ ਸੀ। ਅਚਾਨਕ ਹੀ ਬਨੇਰੇ ਤੋਂ ਪੈਰ ਤਿਲਕਣ ਨਾਲ ਡਿੱਗ ਕੇ ਮਰ ਗਿਆ ਹੈ। ਬਾਦਸ਼ਾਹ ਭਗਵਾਨ ਜੀ ਤੋਂ ਛੁੱਟੀ ਲਈ ਮਹਿਲਾਂ ਵਿੱਚ ਗਿਆ। ਰੁਦਨ ਕਰ ਰਿਹਾ ਹੈ, ਰੋਇਆ ਹੈ। ਮੋਇਆ ਲੜਕਾ ਵੇਖ ਕੇ ਤਰਵਾਸ ਨਹੀਂ ਮਨ ਨੂੰ ਆ ਰਿਹਾ ਹੈ। ਰਾਣੀਆਂ ਨੇ ਕਿਹਾ ਹੈ, ਜਹਾਂ ਪਨਾਹ ਆਪ ਫਕੀਰਾਂ ਨੂੰ ਤੰਗ ਨਾ ਕਰਿਆ ਕਰੋ। ਇਹ ਸਾਰਾ ਉਹਨਾਂ ਦਾ ਹੀ ਸਰਾਪ ਦਾ ਫਲ ਹੈ ਜੋ ਅਸੀਂ ਅੱਜ ਸਾਰੇ ਦੁਖੀ ਹਾਂ। ਬਾਦਸ਼ਾਹ ਨੂੰ ਝੱਟ ਖਿਆਲ ਆਇਆ ਕਿ ਭਗਵਾਨ ਜੀ ਤਾਂ ਸਾਡੇ ਕੋਲ ਆਏ ਹੋਏ ਨੇ, ਕਿਉਂ ਨਾ ਉਹਨਾਂ ਅੱਗੇ ਇਸ ਬੱਚੇ ਬਾਰੇ ਬੇਨਤੀ ਕੀਤੀ ਜਾਵੇ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਇਸ ਬੱਚੇ ਨੂੰ ਜੀਵਨ ਦਾਨ ਦਿਓ। ਇਹ ਖਿਆਲ ਆਉਂਦਿਆਂ ਹੀ ਝੱਟ ਨੌਕਰ ਨੂੰ ਬੱਚਾ ਚੁਕਾ ਕੇ ਰਾਜ ਸਭਾ ਵਿੱਚ ਲੈ ਆਏ। ਭਗਵਾਨ ਦੇ ਸਾਹਮਣੇ ਸਰੀਰ ਬੱਚੇ ਦਾ ਰੱਖ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਦਇਆ ਕਰੋ, ਬੱਚੇ ਨੂੰ ਜੀਵਨ ਜਾਨ ਦਿਓ। ਬਾਦਸ਼ਾਹ ਦੇ ਹੰਝੂ ਡਿੱਗਦੇ ਵੇਖ ਕੇ ਮਿਹਰਾਂ ਦੇ ਸਾਗਰ ਬਾਬਾ ਸ਼੍ਰੀ ਚੰਦਰ ਜੀ ਮਿਹਰਾਂ ਵਿੱਚ ਆ ਗਏ। ਆਪਣੇ ਕਰਮੰਡਲ ਵਿੱਚੋਂ ਪਾਣੀ ਹੱਥ ਵਿੱਚ ਲੈ ਕੇ ਬੱਚੇ ਤੇ ਛਿੱਟੇ ਮਾਰ ਕੇ ਕਿਹਾ, ਉੱਠ ਬੱਚਿਆ, ਆਪਣੀ ਪਤੰਗ ਉਡਾ। ਇਤਨਾ ਕਹਿਣ ਦੀ ਦੇਰ ਸੀ, ਬੱਚਾ ਉੱਠ ਬੈਠਾ। ਬਾਦਸ਼ਾਹ ਵੀ ਇਹ ਕੌਤਕ ਵੇਖ ਕੇ ਹੈਰਾਨ ਹੋ ਗਿਆ। ਅਮੀਰਾਂ ਵਜ਼ੀਰਾਂ ਨੇ ਬਾਦਸ਼ਾਹ ਨੂੰ ਵਧਾਈਆਂ ਦੇਣੀਆਂ ਸ਼ੁਰੂ ਕੀਤੀਆਂ। ਇਹ ਲੋਕ ਤਾਂ ਸਾਰੇ ਖੁਸ਼ੀ ਵਿੱਚ ਵਧਾਈਆਂ ਦੇ ਰਹੇ ਨੇ। ਬਾਬਾ ਸ਼੍ਰੀ ਚੰਦਰ ਜੀ ਕਮਲੀਆ ਸਮੇਤ ਉੱਥੋਂ ਅਲੋਪ ਹੋ ਗਏ। ਬੱਚੇ ਦੀ ਮਾਂ ਬਹੁਤ ਖੁਸ਼ ਹੈ, ਪਰ ਅਫਸੋਸ ਇਸ ਗੱਲ ਦਾ ਕਿ ਭਗਵਾਨ ਜੀ ਦੇ ਦਰਸ਼ਨ ਨਾ ਕਰ ਸਕੀ। ਰਾਣੀ ਨੇ ਬਾਦਸ਼ਾਹ ਅੱਗੇ ਅਰਜ਼ ਕੀਤੀ, ਬੇਨਤੀ ਕੀਤੀ, ਭਗਵਾਨ ਜੀ ਬੱਚੇ ਨੂੰ ਦੁਬਾਰਾ ਜੀਵਨ ਦਾਨ ਦਿੱਤਾ ਹੈ। ਅਸੀਂ ਹਿੰਦੁਸਤਾਨ ਦੇ ਬਾਦਸ਼ਾਹ ਹਾਂ। ਅਸੀਂ ਭਗਵਾਨ ਨੂੰ ਲਾਹੌਰ ਆਉਣ ਦੀ ਖੇਚਲ ਵੀ ਦਿੱਤੀ, ਪਰ ਅਸਾਂ ਉਹਨਾਂ ਦਾ ਸਤਿਕਾਰ ਨਹੀਂ ਕੀਤਾ। ਸੋ ਅਸਾਂ ਸਾਰਿਆਂ ਨੂੰ ਉਹਨਾਂ ਦੇ ਅਸਥਾਨ ਤੇ ਪਹੁੰਚ ਕੇ ਅਸ਼ੀਰਵਾਦ ਲੈਣਾ ਚਾਹੀਦਾ ਹੈ, ਕਿਉਂਕਿ ਭਗਵਾਨ ਇੱਥੇ ਆਏ, ਬੱਚਾ ਮਰ ਗਿਆ, ਹਾਥੀ ਲੋਈ ਨਹੀਂ ਚੁੱਕ ਸਕਿਆ। ਇਹਨਾਂ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਸ਼੍ਰੀ ਭਗਵਾਨ ਚੰਦਰ ਜੀ ਮਹਾਰਾਜ ਅੱਲਾਹ ਪਾਕ ਨੂਰ ਹਨ। ਇਹ ਵਿਚਾਰਾਂ ਕਰਦੇ ਸਲਾਹ ਕਰ ਲਈ ਕਿ ਅਸੀਂ ਕੁਝ ਦਿਨਾਂ ਅੰਦਰ ਹੀ ਕਾਦਰਾਬਾਦ ਪਹੁੰਚਾਂਗੇ। ਇੱਕ ਦਿਨ ਚੰਗਾ ਵੇਖ ਕੇ ਬਾਦਸ਼ਾਹ ਰਾਣੀਆਂ ਸਮੇਤ ਸ਼ਾਹੀ ਲਸ਼ਕਰ ਦੇ ਨਾਲ ਹੀਰੇ ਲਾਲ ਜਵਾਹਰਾਤਾਂ ਦੇ ਥਾਲ ਭਰ ਕੇ ਹੋਰ ਕਈ ਤੋਹਫੇ ਲੈ ਕੇ ਕਾਦਰਾਬਾਦ ਦੇ ਜੰਗਲਾਂ ਵੱਲ ਚੱਲ ਪਏ। ਅੱਗੇ ਬਾਬਾ ਸ਼੍ਰੀ ਚੰਦਰ ਜੀ ਕਾਦਰਾਬਾਦ ਦੇ ਕਨਸ਼ਾਵੇਂ ਜੰਗਲਾਂ ਵਿੱਚ
ਭਗਵਾਨ ਜੀ ਧੂਣਾ ਲਾ ਕੇ ਉਸ ਅਕਾਲ ਪੁਰਖ ਨਾਲ ਜੁੜੇ ਨੇ। ਰਾਜਾ ਰਾਣੀਆਂ ਸਮੇਤ ਪਹੁੰਚ ਗਿਆ। ਬੜੇ ਸਤਿਕਾਰ ਨਾਲ ਸਜਦਾ ਕੀਤਾ, ਭੇਟਾ ਚਰਨਾਂ ਵਿੱਚ ਰੱਖ ਦਿੱਤੀਆਂ। ਭਗਵਾਨ ਸ਼੍ਰੀ ਚੰਦਰ ਜੀ ਕਾਦਰਾਬਾਦ ਦੇ ਜੰਗਲਾਂ ਵਿੱਚ ਬੈਠੇ ਨੇਤਰ ਖੁੱਲੇ ਬਾਦਸ਼ਾਹ ਨੂੰ ਕਿਹਾ, ਅਸੀਂ ਤੇ ਜੰਗਲਾਂ ਦੇ ਵਾਸੀ ਹਾਂ, ਸਾਨੂੰ ਇਹਨਾਂ ਸ਼ਾਹੀ ਨਜ਼ਰਾਨਿਆਂ ਦੀ ਲੋੜ ਨਹੀਂ, ਆਪ ਕਿਸੇ ਹੋਰ ਚਾਹਵਾਨ ਨੂੰ ਇਹ ਵਸਤੂਆਂ ਦੇਵੋ। ਇਹ ਕਹਿ ਕੇ ਸਭ ਭੇਟਾਂ ਵਾਪਸ ਮੋੜ ਦਿੱਤੀਆਂ। ਫਿਰ ਬਾਦਸ਼ਾਹ ਨੇ ਕਿਹਾ, ਸੁੰਦਰ ਮਕਾਨ ਆਪ ਦੇ ਰਹਿਣ ਲਈ ਇੱਥੇ ਹੀ ਬਣਵਾ ਦਿੰਦਾ ਹਾਂ। ਭਗਵਾਨ ਜੀ ਨੇ ਨਾ ਕਰ ਦਿੱਤੀ। ਦੱਸਿਆ ਕਿ ਅਸਾਂ ਦਰਵੇਸ਼ਾਂ ਨੂੰ ਸੰਸਾਰ ਹੀ ਤਿਆਗਿਆ ਹੋਇਆ ਹੈ, ਇਸ ਲਈ ਮਕਾਨਾਂ ਨੂੰ ਕੀ ਕਰਨਾ। ਜਦ ਬਾਦਸ਼ਾਹ ਨੇ ਵੇਖਿਆ ਤਾਂ ਬਿਲਕੁਲ ਕਿਸੇ ਚੀਜ਼ ਨੂੰ ਪ੍ਰਵਾਨ ਨਹੀਂ ਕਰਦੇ, ਤਾਂ ਰਾਣੀ ਨੇ ਕਿਹਾ ਕਿ ਬਾਬਾ ਧਰਮ ਚੰਦ ਜੀ ਦੇ ਨਾਮ ਤੇ ਜ਼ਮੀਨ ਲਵਾਓ। 700 ਵਿਗਾ ਜ਼ਮੀਨ ਗਊਆਂ ਚਾਰਨ ਵਾਸਤੇ ਪਟਾ ਲਿਖ ਦਿੱਤਾ। ਭਗਵਾਨ ਨੇ ਫਿਰ ਵੀ ਸਵੀਕਾਰ ਨਾ ਕੀਤਾ, ਪਰ ਬਾਦਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਮੇਰੀ ਕੋਈ ਤਾਂ ਦਿਲੀ ਖਾਸ਼ ਪੂਰੀ ਹੋਣ ਦਿਓ। ਬਾਦਸ਼ਾਹ ਇਸ ਤਰ੍ਹਾਂ ਦਾ ਤਰਲਾ ਵੇਖ ਕੇ ਅਤੇ ਦੂਜੇ ਸਾਰਿਆਂ ਦੇ ਕਹਿਣ ਤੇ, ਮਹਾਰਾਜ ਆਪ ਨੂੰ ਜ਼ਰੂਰਤ ਨਹੀਂ, ਪਰ ਬਾਦਸ਼ਾਹ ਹੁਰੀ ਇਹ ਜ਼ਮੀਨ ਬਾਬਾ ਧਰਮ ਚੰਦ ਨੂੰ ਦਿੰਦੇ ਪਏ ਨੇ, ਆਪ ਜ਼ਰੂਰ ਸਵੀਕਾਰ ਕਰੋ ਤਾਂ ਕਿ ਸ਼ਾਹ ਦਾ ਵੀ ਬਾਦਸ਼ਾਹ ਦਾ ਵੀ ਮਨ ਨਿਰਾਸ਼ ਨਾ ਹੋਏ। ਗਊਆਂ ਵਾਸਤੇ ਜ਼ਮੀਨ ਦਿੱਤੀ, ਉਹਦੀ ਮਨਜ਼ੂਰੀ ਦਿੱਤੀ। ਬਾਦਸ਼ਾਹ ਬੜਾ ਖੁਸ਼ ਹੋਇਆ। ਕਾਦਰਾਬਾਦ ਦੇ ਜੰਗਲਾਂ ਚੋਂ ਬਾਬਾ ਜੀ ਨੂੰ ਸਿਜਦਾ ਕੀਤਾ ਅਤੇ ਆਪ ਆਪਣੇ ਲਾਹੌਰ ਨੂੰ ਖੁਸ਼ੀ-ਖੁਸ਼ੀ ਚਲਿਆ ਗਿਆ। ਬਾਬਾ ਸ਼੍ਰੀ ਚੰਦਰ ਜੀ ਇਸ ਕਾਦਰਾਬਾਦ ਦੇ ਜੰਗਲਾਂ ਵਿੱਚ ਪਰਮਾਤਮਾ ਦਾ ਗਾਇਨ ਕਰਦੇ ਨੇ। ਬਾਬਾ ਜੀ ਇਸ ਜਗ੍ਹਾ ਤੇ ਬਿਰਾਜਮਾਨ ਨੇ, ਬਿਰਾਜਮਾਨ ਉਸ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਨੇ। ਕਾਦਰਾਬਾਦ ਅੰਦਰ ਇੱਕ ਮਾਈ ਬਜ਼ੁਰਗ ਰਹਿੰਦੀ ਹੈ, ਜਿਸ ਦਾ ਨਾਮ ਮਾਤਾ ਹਰੋ ਜੀ ਹੈ, ਜਿਸ ਨੂੰ ਲੋਕ ਹਰੋ ਨਾਮ ਮਾਈ ਆਖਦੇ ਨੇ। ਇਹਨੇ ਜਦੋਂ ਬਾਬਾ ਜੀ ਦੇ ਦਰਸ਼ਨ ਕੀਤੇ, ਮਨ ਨੂੰ ਬੜੀ ਸ਼ਾਂਤੀ ਆਈ ਕਿ ਇਹਨਾਂ ਜੰਗਲਾਂ ਅੰਦਰ ਕੋਈ ਜੀਵ ਨਹੀਂ ਸੀ ਆਉਂਦਾ। ਇਸ ਜੰਗਲ ਵਿੱਚ ਬਾਬਾ ਜੀ ਦੇ ਆਉਣ ਨਾਲ ਇਹ ਧਰਤੀ ਰੁਸ਼ਨਾਈ ਗਈ ਹੈ। ਮਾਈ ਹਰੋ ਨੇ ਬੜੇ ਮਨ ਤਨ ਨਾਲ ਸੇਵਾ ਕਰਨੀ, ਕਦੀ ਭੋਜਨ ਲੈ ਕੇ ਆਉਣਾ, ਕਦੀ ਦੁੱਧ ਲੈ ਕੇ ਆਉਣਾ। ਕਾਫੀ ਦਿਨ ਮਾਈ ਹਰੋ ਇਸੇ ਤਰ੍ਹਾਂ ਸੇਵਾ ਕਰਦੀ ਰਹੀ। ਇੱਕ ਦਿਨ ਭਗਵਾਨ ਸ਼੍ਰੀ ਚੰਦਰ ਜੀ ਜਦ ਖੁਸ਼ੀ ਵਿੱਚ ਬੈਠੇ ਸਨ ਤਾਂ ਮਾਈ ਹਰੋ ਭੋਜਨ ਲੈ ਕੇ ਪਹੁੰਚੀ। ਭੋਜਨ ਖਾ ਕੇ ਭਗਵਾਨ ਨੇ ਕਹਿ ਦਿੱਤਾ, ਮਾਈ ਹਰੋ ਪਰੀ ਹੋ ਜਾ। ਇਹ ਸ਼ਬਦ ਸੁਣਦਿਆਂ ਹੀ ਮਾਈ ਹਰੋ ਨੇ ਝੱਟ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਂ ਤੇ ਵਿਧਵਾ ਹਾਂ, ਆਪ ਜੀ ਨੇ ਇਹ ਵਰ ਕਿਸੇ ਸੁਹਾਗਣ ਨੂੰ ਦੇਣਾ ਸੀ। ਤਾਂ ਬਾਬਾ ਜੀ ਨੇ ਆਪਣੇ ਧੂਣੇ ਵਿੱਚ ਇੱਕ ਜਗਦਾ ਬੋੜ ਦਾ ਡੰਡਾ ਹੱਥ ਵਿੱਚ ਫੜ ਲਿਆ ਅਤੇ ਜ਼ਮੀਨ ਵਿੱਚ ਜ਼ੋਰ ਦੀ ਗੱਡ ਕੇ ਕਿਹਾ, ਹਰੋ ਨਹੀਂ ਤਾਂ ਤੂੰ ਭਾਈ ਹਰਾ ਪਰਾ ਹੋ ਜਾ। ਇਤਨਾ ਕਹਿਣ ਤੇ ਬੋੜ ਝੱਟ ਹਰਾ ਪਰਾ ਹੋ ਗਿਆ। ਮਾਈ ਹਰੋ ਇਹ ਚਮਤਕਾਰ ਵੇਖ ਕੇ ਬੜੀ ਹੈਰਾਨ ਹੋਣ ਲੱਗੀ, ਪਰ ਮਹਾਰਾਜ ਨੇ ਕਿਹਾ, ਮਾਈ ਹਰੋ ਹੈਰਾਨ ਨਾ ਹੋ, ਸਾਡੇ ਮੁਖ ਚੋਂ ਨਿਕਲਿਆ ਵਾਕ ਕਦੇ ਖਾਲੀ ਨਹੀਂ ਜਾਣਾ ਹੈ, ਇਸ ਕਾਰਨ ਸਾਨੂੰ ਇਹ ਕਰਨਾ ਪਿਆ ਹੈ। ਇਹ ਬੋੜ ਹਰਾ ਭਰਾ ਹੋ ਗਿਆ ਹੈ, ਕਾਦਰਾਬਾਦ ਵੱਲ ਇਹ ਵੱਧਦਾ ਜਾਏਗਾ। ਨੀਲੇ ਨੀਲੇ ਅੰਬਰਾਂ ਹੇਠ ਹਿਮਾਲਿਆ ਪਰਬਤ ਦੀਆਂ ਉੱਚੀਆਂ ਉੱਚੀਆਂ ਚੋਟੀਆਂ ਤੇ ਬੈਠੇ ਹੋਏ ਗੋਰਖਨਾਥ ਦੇ ਚੇਲਿਆਂ, ਕੰਨ ਪਾਟੇ ਜੋਗੀਆਂ ਦੇ ਦਿਮਾਗ ਵੀ ਅਸਮਾਨ ਤੋਂ ਉੱਚੇ ਹੋਏ ਸਨ। ਉਹਨਾਂ ਨੇ ਜਦੋਂ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਦੀ ਅਪਾਰ ਮਹਿਮਾ ਸੁਣੀ, ਈਰਖਾ ਨਾਲ ਸੜ ਬਲ ਕੇ ਕੋਲੇ ਹੋ ਗਏ। ਕਈਆਂ ਨੇ ਤਾਂ ਨੈਣ ਅੰਗਿਆਰਿਆਂ ਵਾਂਗ ਲਾਲ ਕਰ ਲਏ। ਬੜੇ ਤਕਬਰ ਹਉਮੈ ਤੇ ਗੁਰੂਰ ਨਾਲ ਕਹਿਣ ਲੱਗੇ, ਭਲਾ ਗੁਰੂ ਨਾਨਕ ਦੇਵ ਜੀ ਦਾ ਸਾਹਿਬਜ਼ਾਦਾ ਸ਼੍ਰੀ ਚੰਦਰ ਐਡਾ ਕਰਾਮਾਤੀ ਕਿੱਥੇ ਹੋਵੇਗਾ? ਐਵੇਂ ਤੁਹਾਨੂੰ ਕਿਸੇ ਨੇ ਗਲਤ ਦੱਸਿਆ ਹੈ। ਜੋਗ ਕਮਾਉਣਾ ਕੋਈ ਸੌਖਾ ਹੈ? ਦਿਨੇ ਰਾਤ ਈਸ਼ਵਰ ਦੀ ਯਾਦ ਵਿੱਚ ਆਪਣਾ ਸਰੀਰ ਸੁਕਾਉਣਾ ਪੈਂਦਾ ਹੈ। ਦੁਨੀਆ ਦੇ ਰੌਲੇ ਗੌਲੇ ਵਿੱਚ ਸੁਰਤ ਉਹਨਾਂ ਚਰਨਾਂ ਵਿੱਚ ਟਿਕਾਉਣੀ ਕੋਈ ਮਖੌਲ ਨਹੀਂ ਹੈ। ਗੁਰੂ ਗੋਰਖਨਾਥ ਦੀ ਇਹ ਸਾਡੇ ਤੇ ਕਿਰਪਾ ਹੈ ਕਿ ਜਿਨ੍ਹਾਂ ਇਸ ਜੋਗ ਦੀ ਅਲੂਣੀ ਸਿਲ ਚੱਟਣ ਦੀ ਸ਼ਕਤੀ ਬਖਸ਼ੀ ਹੈ। ਕੁਰਬਾਨ ਜਾਈਏ ਆਪਣੇ ਗੁਰੂਦੇਵ ਤੋਂ
ਜਿਸ ਦਾ ਨਾਂ ਸੁਣ ਕੇ ਸਾਰਾ ਸੰਸਾਰ ਝੁਕਦਾ ਹੈ। ਗੁਰੂ ਨਾਨਕ ਦੇਵ ਜੀ ਤਾਂ ਆਪ ਗ੍ਰਸਤੀ ਹਨ, ਸਗੋਂ ਉਹਨਾਂ ਦਾ ਪੁੱਤਰ ਮੰਨਿਆ ਭਜਨੀਕ ਹੋਵੇਗਾ, ਪਰ ਐਡਾ ਕਿੱਥੇ ਕਿ ਉਹ ਗੁਰੂ ਗੋਰਖਨਾਥ ਦੇ ਚੇਲਿਆਂ ਦੀ ਬਰਾਬਰੀ ਕਰ ਸਕੇ। ਅਸੀਂ ਸ਼ਕਤੀਆਂ ਦੇ ਮਾਲਕ ਹਾਂ, ਜੋ ਮੂੰਹੋਂ ਕਹਿ ਦਈਏ ਪੱਥਰ ਤੇ ਲੀਕ ਹੈ, ਸੋਈ ਹੁੰਦਾ ਹੈ। ਕੀ ਮਜਾਲ ਹੈ ਕਿਸੇ ਦੀ ਕਿ ਸਾਡੇ ਸਾਹਮਣੇ ਅੜੇ। ਉਪਰੋਕਤ ਸ਼ਬਦ ਕਹਿੰਦੇ ਕਹਿੰਦੇ ਆਪੋ ਵਿੱਚ ਪੁੱਛਣ ਲੱਗੇ ਕਿ ਬਾਬਾ ਸ਼੍ਰੀ ਚੰਦਰ ਜੀ ਇਸ ਸਮੇਂ ਹੈ ਕਿੱਥੇ ਨੇ। ਕਿਸੇ ਸਿੱਧ ਨੇ ਉੱਤਰ ਦਿੱਤਾ ਕਿ ਉਹ ਕਾਦਰਾਬਾਦ ਦੀ ਜੰਗਲਾਂ ਵਿੱਚ ਬੈਠੇ ਹੋਏ ਨੇ, ਧੂਣੀ ਰਮਾਈ ਬੈਠੇ ਨੇ। ਫਿਰ ਕੀ ਸੀ, 84 ਸਿੱਧ ਬਾਬਾ ਜੀ ਦੀ ਸ਼ਕਤੀ ਦੀ ਪ੍ਰੀਖਿਆ ਲੈਣ ਲਈ ਤਿਆਰ ਹੋ ਗਏ। ਸਭਨਾਂ ਨੇ ਸਲਾਹ ਕੀਤੀ, ਉਹਨਾਂ ਪਾਸ ਬੜੀ ਸ਼ਾਨ ਨਾਲ, ਰੋਬ ਨਾਲ, ਅਚੰਭੇ ਨਾਲ ਜਾਣਾ ਚਾਹੀਦਾ ਹੈ। ਉੱਥੋਂ ਸਾਰੇ ਸ਼ਕਤੀ ਨਾਲ ਇੱਲਾਂ ਵਾਂਗ ਉੱਡਣ ਲੱਗ ਪਏ। ਆਪਣੀਆਂ ਜੋਗਣੀਆਂ ਦੀ ਸਹਾਇਤਾ ਨਾਲ ਕੋਈ ਪੌਇਆਂ ਤੇ, ਕੋਈ ਦਰੀ ਤੇ, ਕੋਈ ਬੈਰਾਗਣ ਕੱਛੇ ਮਾਰ ਕੇ ਉੱਡਦੇ ਉੱਡਦੇ ਕਾਦਰਾਬਾਦ ਦੇ ਜੰਗਲਾਂ ਵਿੱਚ ਆ ਇਕੱਠੇ ਹੋਏ। ਆਕਾਸ਼ ਵਿੱਚ ਨੇ ਹੇਠਾਂ ਬਾਬਾ ਸ਼੍ਰੀ ਚੰਦਰ ਮਹਾਤਮ ਧੂਣਾ ਲਾਈ ਬੈਠੇ ਨੇ। ਕੋਲ ਭਾਈ ਕਮਲੀਆ ਜੀ ਤੇ ਬਾਬਾ ਜੀ ਦੇ ਭਤੀਜਾ ਬਾਬਾ ਧਰਮਚੰਦ ਜੀ ਬੈਠੇ ਨੇ। ਮਹਾਰਾਜ ਸ਼ਿਵ ਸਰੂਪ ਉਦਾਸੀਨ ਚਾਰੀਆ ਦੀ ਸੁਰਤੀ ਨਿਰੰਕਾਰ ਦੇ ਚਰਨਾਂ ਵਿੱਚ ਜੁੜੀ ਹੋਈ ਸੀ। ਸੀਸ ਤੇ ਜਟਾਵਾਂ ਸੁਨਹਿਰੀ ਤਾਜ ਵਾਂਗ ਸੁਭਾਏਮਾਨ ਨੇ। ਸੰਸਾਰ ਨੂੰ ਮੂੰਹ ਮੰਗੀਆਂ ਅਮੁੱਲੀਆਂ ਦਾਤਾਂ ਬਖਸ਼ਣ ਵਾਲਾ ਪ੍ਰਮਾਤਮਾ ਰੰਗ ਵਿੱਚ ਰੰਗਿਆ ਹੋਇਆ ਹੈ। ਅਚਾਨਕ ਸਾਰੇ ਸਿੱਧ 84 ਜ਼ਮੀਨ ਤੇ ਉਤਰ ਆਏ। ਸ਼੍ਰੀ ਚੰਦਰ ਜੀ ਮਹਾਰਾਜ ਦੇ ਨੂਰਾਨੀ ਚਿਹਰੇ ਦੀ ਤਾਬ ਨਾ ਝੱਲ ਸਕੇ। ਉਹਨਾਂ ਦਾ ਹਿਰਦਾ ਅੰਦਰੋਂ ਅੰਦਰੀ ਉਂਝ ਤਾਂ ਇਸ ਗੱਲ ਨੂੰ ਮੰਨ ਚੁੱਕਾ ਸੀ ਕਿ ਬਾਬਾ ਸ਼੍ਰੀ ਚੰਦਰ ਜੀ ਸੱਚਮੁੱਚ ਗਿਆਨ ਦਾ ਸੂਰਜ ਹੈ। ਇਸ ਦੇ ਨੂਰ ਵਿੱਚ ਛੈਂ ਚੰਦ ਦਾ ਪ੍ਰਕਾਸ਼ ਹੈ। ਤਾਈਓ ਇਸ ਨੂੰ ਸੰਸਾਰ 'ਚ ਸ਼੍ਰੀ ਚੰਦਰ ਆਖਿਆ ਜਾਂਦਾ ਹੈ। ਇਹ ਸੱਚਮੁੱਚ ਜਗਤ ਜਲੰਦੇ ਨੂੰ ਆਪਣੇ ਨਾਮ ਰੂਪੀ ਠੰਡੇ ਨੂਰ ਨਾਲ ਠਾਰ ਦੇਗਾ। ਪਰ ਫਿਰ ਵੀ ਢਿੱਠਾਂ ਵਾਂਗੂ ਅਗਾਂਹ ਵਧੇ ਤੇ ਬਾਬਾ ਜੀ ਦੇ ਇਰਦ ਗਿਰਦ ਬੈਠ ਕੇ। ਅੱਗੋਂ ਮਹਾਦਿਆਲੂ ਪਰ ਉਪਕਾਰੀ ਗੁਰੂ ਨਾਨਕ ਨੰਦਨ ਤ੍ਰਿਪਤਾ ਜੀ ਦੇ ਚੰਨ, ਨਾਨਕੀ ਭੂਆ ਦੇ ਮਿੱਠੜੇ ਜੇ ਲਾਲ ਤੇ ਸੁਲੱਖਣੀ ਮਾਂ ਦੇ ਸੁਲੱਖਣੇ ਸੁਪੁੱਤਰ ਬਾਲ ਜੱਤੀ ਬਾਬਾ ਜੀ ਬੜੇ ਪਿਆਰ ਮਿੱਠ ਤੇ ਸਤਿਕਾਰ ਨਾਲ ਸਭ ਨੂੰ ਆਪਣੇ ਪਾਸ ਬਿਠਾ ਲਿਆ। ਸਿੱਧਾ ਕੁਝ ਹੰਕਾਰ ਭਰੇ, ਕੁਝ ਕੌੜੇ, ਕੁਝ ਈਰਖਾ ਭਰੇ, ਕੁਝ ਟਕੋਰਾਂ ਲਾਉਣ ਵਾਲੇ ਬਚਨ ਮਹਾਰਾਜ ਨਾਲ ਕੀਤੇ। ਪਰ ਕੁਰਬਾਨ ਜਾਵਾਂ ਇਸ ਮਹਾਨ ਤਪਸਵੀ ਤੋਂ, ਜਿਸ ਨੇ ਤਪਦੇ ਹੋਏ 84 ਹਿਰਦਿਆਂ ਨੂੰ ਹਰ ਅੰਮ੍ਰਿਤਮਈ ਬਚਨਾਂ ਨਾਲ ਠੰਡਾ ਠਾਰ ਕਰ ਦਿੱਤਾ। ਸਿੱਧਾਂ ਦੇ ਮਨ ਨੂੰ ਕੁਝ ਤਸੱਲੀ ਹੋਈ, ਕੁਝ ਭੁਲੇਖੇ ਨਿਕਲੇ, ਕੁਝ ਮਨ ਦਾ ਭਾਰ ਹੌਲਾ ਹੋਇਆ। ਪਰ ਫਿਰ ਵੀ ਸਿਰ ਅੜਾਉਣ ਵਾਲਿਆਂ ਵਾਂਗ ਪ੍ਰਸ਼ਨ ਕਰਦੇ ਅੱਗੇ ਤੋਂ ਅੱਗੇ ਬਾਬਾ ਜੀ ਉਹਨਾਂ ਨੂੰ ਬੜੀ ਨਿਮਰਤਾ ਗੰਭੀਰਤਾ ਨਾਲ ਉੱਤਰ ਦਿੰਦੇ। ਇਸੇ ਤਰ੍ਹਾਂ ਗੋਸ਼ਟ ਕਰਦਿਆਂ ਭੋਜਨ ਦਾ ਸਮਾਂ ਨੇੜੇ ਹੋਣ ਲੱਗਾ। ਭਾਈ ਕਮਲੀਆ ਜੀ ਮਹਾਰਾਜ ਤੋਂ ਆਗਿਆ ਲੈ ਕੇ ਬਗਲੀ ਪਿੱਛੇ ਪਾ ਕੇ ਨਗਰ ਕਾਦਰਾਬਾਦ ਵੱਲ ਚੱਲ ਪਏ। ਪਿੱਛਿਆ ਵਾਸਤੇ ਜਾਣ ਲਈ ਤਿਆਰ ਹੋ ਗਏ। ਜਦ ਨਗਰ ਵਿੱਚ ਪੁੱਜੇ ਤਾਂ ਇੱਧਰ ਸਿੱਧਾਂ ਨੇ ਆਪਣੀਆਂ ਸ਼ਕਤੀਆਂ ਦੁਆਰਾ ਪਿੰਡ ਵਾਲੇ ਲੋਕਾਂ ਦਾ ਮਨ ਬਦਲਾ ਦਿੱਤਾ। ਕਮਲੀਆ ਜੀ ਨੂੰ ਕਾਦਰਾਬਾਦ ਵਿੱਚੋਂ ਰੋਜ਼ ਲੰਗਰ ਵਾਸਤੇ ਕਾਫੀ ਆਟਾ ਇਕੱਠਾ ਹੋ ਜਾਂਦਾ ਸੀ, ਪਰ ਅੱਜ ਕਿਸੇ ਵੀ ਭਾਈ ਜੀ ਨੂੰ ਇੱਕ ਚੁਟਕੀ ਵੀ ਆਟਾ ਨਾ ਪਾਇਆ। ਭਾਈ ਕਮਲੀਆ ਜੀ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਦੇ ਅਨੰਨ ਭਗਤ ਸਨ। ਉਹਨਾਂ ਨੂੰ ਪਿੰਡ ਵਾਲਿਆਂ ਤੇ ਕਾਫੀ ਗੁੱਸਾ ਆ ਗਿਆ। ਉਹ ਪਿੰਡੋਂ ਬਾਹਰ ਨਿਕਲ ਕੇ ਸੋਚਣ ਲੱਗੇ ਕਿ ਹੇ ਭਗਵਾਨ, ਅੱਜ ਇਹ ਤੇਰੀ ਕਿਹੜੀ ਲੀਲਾ ਹੈ। ਇਹ ਲੋਕ ਜਿਹੜੇ ਕਿ ਤੇਰੇ ਨਾਂ ਤੋਂ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੁੰਦੇ ਸਨ, ਅੱਜ ਇਹਨਾਂ ਵਿੱਚੋਂ ਕਿਸੇ ਇੱਕ ਚੁਟਕੀ ਵੀ ਆਟਾ ਨਹੀਂ ਪਾਇਆ ਹੈ। ਇਹ ਇੰਨੇ ਕਠੋਰ ਦਿਲ ਦੇ ਨਿਰਦਈ ਹੋ ਚੁੱਕੇ ਨੇ। ਮੈਂ ਇਹ ਨਹੀਂ ਬਰਦਾਸ਼ਤ ਕਰ ਸਕਦਾ। ਇਹਨਾਂ ਆਖ ਕੇ ਇੱਕਦਮ ਗੁੱਸੇ ਨਾਲ ਮੂੰਹੋਂ ਵਾਕ ਕੱਢ ਦਿੱਤਾ, ਹੈ ਭਗਵਾਨ, ਹੁਣ ਇਹ ਹੋ ਜਾਵੇ ਸਾਰਾ ਪਿੰਡ ਹੀ ਥੇ ਹੋ ਜਾਵੇ। ਬਸ ਇਹ ਬਚਨ ਮੂੰਹੋਂ ਕੱਢ ਕੇ ਭਾਈ ਕਮਲੀਆ ਜੀ ਬੜੇ ਮਜੂਸ ਤੇ ਉਦਾਸ ਹੋ ਕੇ ਨਿਰਾਸਤਾ ਵਿੱਚ ਬਾਬਾ ਜੀ ਦੇ ਪਾਸ ਹਾਜ਼ਰ ਹੋਏ। ਘਟ ਘਟ ਦੀਆਂ ਜਾਣਨ ਵਾਲੇ ਬਾਬਾ ਜੀ ਨੇ ਜਦ ਭਾਈ ਜੀ ਦੇ ਦਿਲ ਦੀਆਂ ਬੁੱਝ ਲਈਆਂ ਤੇ ਬੋਲੇ, ਕਮਲੀਆ ਜੀ, ਤੁਸੀਂ ਇਹ ਚੰਗਾ ਨਹੀਂ ਕੀਤਾ।
ਜੋ ਪਿੰਡ ਕਾਦਰਾਬਾਦ ਨੂੰ ਸਰਾਪ ਦੇ ਕੇ ਆਏ ਹੋ। ਪਿੰਡ ਵਾਲਿਆਂ ਦਾ ਕੋਈ ਕਸੂਰ ਨਹੀਂ, ਇਹ ਤਾਂ ਸਿੱਧਾ ਨੇ ਆਪਣੀ ਸ਼ਕਤੀ ਨਾਲ ਲੋਕਾਂ ਦੇ ਦਿਲ ਫੇਰ ਦਿੱਤੇ ਸਨ। ਪਰ ਚੂੰਕ ਤੁਸੀਂ ਸਾਡੇ ਸੇਵਕ ਹੋ, ਸਾਧ ਬਚਨ ਅਟਲਾਦਾ, ਤੁਹਾਡਾ ਬਚਨ ਹੁਣ ਬਿਰਥਾ ਨਹੀਂ ਜਾਏਗਾ। ਹੁਣੇ ਹੀ ਵਾਪਸ ਜਾਓ ਤੇ ਪਿੰਡ ਕਾਦਰਾਬਾਦ ਵਾਲਿਆਂ ਨੂੰ ਜਾ ਕੇ ਕਹੋ ਕਿ ਆਪ ਆਪਣੇ ਬੱਚੇ, ਡੰਗਰ, ਅਸਬਾਬ ਜੋ ਕੁਝ ਵੀ ਘਰਾਂ ਵਿੱਚ ਹੈ ਕੱਢ ਕੇ ਪਿੰਡੋਂ ਬਾਹਰ ਆ ਜਾਵਣ, ਕਿਉਂਕਿ ਹੁਣ ਇਸ ਪਿੰਡ ਦਾ ਕੋਈ ਕੋਠਾ, ਢਾਰਾ, ਚੁਬਾਰਾ, ਭਾਵੇਂ ਕੋਈ ਕਿੱਡਾ ਵੀ ਪੱਕਾ ਬਣਿਆ ਮਕਾਨ ਹੋਵੇ, ਉਹ ਨਹੀਂ ਰਹਿਣਾ। ਇਹ ਪਿੰਡ ਕੁਝ ਸਮੇਂ 'ਚ ਥੇ ਹੋ ਜਾਣਾ ਹੈ। ਸੋ ਭਾਈ ਕਮਲਿਆ ਜੀ ਨੇ ਜਦੋਂ ਪਿੰਡ ਵਾਲਿਆਂ ਨੂੰ ਜਾ ਕੇ ਦੱਸਿਆ ਤਾਂ ਉਹ ਬਹੁਤ ਪਛਤਾਏ। ਭਾਈ ਜੀ ਦੇ ਚਰਨਾਂ ਤੇ ਡਿੱਗ ਕੇ ਵਿਲਕਣ ਲੱਗੇ। ਭਾਈ ਕਮਲਿਆ ਜੀ ਕੀ ਕਰ ਸਕਦੇ ਸਨ? ਉਹਨਾਂ ਦੇ ਮੁਖੋਂ ਬਚਨ ਤੀਰ ਵਾਂਗ ਨਿਕਲ ਚੁੱਕੇ ਸਨ ਜੋ ਵਾਪਸ ਨਹੀਂ ਸੀ ਹੋ ਸਕੇ। ਲੋਕਾਂ ਦਾ ਬਾਹਰ ਆਉਣ ਦੀ ਦੇਰ ਸੀ ਕਿ ਸਾਰਾ ਪਿੰਡ ਕਾਦਰਾਬਾਦ ਥੇ ਹੋ ਗਿਆ। ਫਿਰ ਉੱਥੇ ਭਾਈ ਕਮਲਿਆ ਜੀ ਬਾਬਾ ਜੀ ਪਾਸ ਆ ਗਏ। ਸਾਰੇ ਪਿੰਡ ਵਾਲਿਆਂ ਦੀ ਹਾਲਤ ਬਿਆਨ ਕੀਤੀ। ਬਾਬਾ ਜੀ ਨੂੰ ਫਿਰ ਕਮਲਿਆ ਜੀ ਨੇ ਬੇਨਤੀ ਕੀਤੀ, ਮਹਾਰਾਜ ਹੁਣ ਲੰਗਰ ਦਾ ਪ੍ਰਬੰਧ ਕੀ ਕਰਨਾ ਹੈ? ਤਾਂ ਸ਼ਕਤੀਵਾਨ, ਸ਼ਕਤੀਆਂ ਦੇ ਭੰਡਾਰ ਗੁਰੂ ਨਾਨਕ ਸਾਹਿਬ ਦੇ ਲਖਤੇ ਜ਼ਿਕਰ ਮਹਾਰਾਜ ਨੇ ਕਮਲਿਆ ਜੀ ਨੂੰ ਹੁਕਮ ਦਿੱਤਾ, ਸਭ ਸਿੱਧਾਂ ਦੀਆਂ ਪੰਗਤਾਂ ਲਾ ਦਿਓ। ਪਰ ਕਮਲਿਆ ਜੀ ਬੜੇ ਹੈਰਾਨ ਸਨ, ਪੰਗਤਾਂ ਲਵਾ ਕੇ ਇਹਨਾਂ ਜੋਗੀਆਂ ਨੂੰ ਕੀ ਖਵਾਵਾਂਗੇ? ਅੱਜ ਤਾਂ ਭਗਵਾਨ ਦੀ ਲੀਲਾ ਭਗਵਾਨ ਹੀ ਜਾਣੇ, ਗੱਲ ਕੋਈ ਕਰਨ ਵਾਲੀ ਨਹੀਂ। ਪਰ ਹੁਕਮ ਦੇ ਬੱਧੇ ਸਨ, ਨਾ ਨਹੀਂ ਸੀ ਕਰ ਸਕਦੇ। 84 ਸਿੱਧਾਂ ਦੀਆਂ ਪੰਗਤਾਂ ਲਵਾ ਕੇ ਹੱਥ ਧੁਆ ਦਿੱਤੇ, ਪੱਤਲ ਅੱਗੇ ਰੱਖ ਦਿੱਤੀਆਂ ਗਈਆਂ। ਫਿਰ ਬਾਬਾ ਜੀ ਨੇ ਇੱਕ ਪਤੀਲੇ ਤੇ ਲਾਲ ਕੱਪੜਾ ਪਾ ਦਿੱਤਾ ਤੇ ਹੁਕਮ ਕੀਤਾ, ਭਾਈ ਕਮਲਿਆ ਜੀ ਜੋ ਜੋ ਕਿਸੇ ਦੀ ਭਾਵਨਾ ਇੱਛਿਆ ਉਹੋ ਹੀ ਭੋਜਨ ਉਸ ਦੀ ਪੱਤਲ ਤੇ ਰੱਖੀ ਜਾਓ। ਸਾਰੇ ਆਖੋ ਜੀ ਧੰਨ ਧੰਨ ਬਾਬਾ ਸ਼੍ਰੀ ਚੰਦਰ ਮਹਾਰਾਜ, ਜਿਨ੍ਹਾਂ ਨੇ 84 ਸਿੱਧਾਂ ਨੂੰ 84 ਪ੍ਰਕਾਰ ਦੇ ਵੱਖੋ ਵੱਖ ਭੋਜਨ ਛਕਾ ਦਿੱਤੇ। ਆਏ ਪ੍ਰਾਹੁਣੇ ਸਭ ਕੋਲ ਬਿਲਕੁਲ ਭੋਜਨ ਪਾ ਕੇ ਆਨੰਦ ਹੋ ਗਏ ਤਾਂ ਸਭਨਾਂ ਦੇ ਹਿਰਦੇ ਵੀ ਕਵਲ ਵਾਂਗ ਖਿੜ ਗਏ। ਆਤਮਾ ਤੋਂ ਹਉਮੈ ਦੀ ਮੈਲ ਇੰਨੀ ਲੱਥ ਗਈ ਕਿ ਹੌਲੇ ਫੁੱਲ ਹੋ ਗਏ। ਬਾਬਾ ਜੀ ਦੇ ਚਰਨਾਂ ਤੇ 84 ਸਿੱਧਾਂ ਨੇ ਨਮਸਕਾਰ ਕੀਤੀ ਤੇ ਕਿਹਾ, ਬਾਬਾ ਸ਼੍ਰੀ ਚੰਦਰ ਜੀ ਤੂੰ ਧੰਨ ਹੈ, ਤੇਰੀ ਲੀਲਾ ਨਿਆਰੀ ਹੈ, ਤੇਰਾ ਭੰਡਾਰਾ ਵੀ ਅਲੋਕਾਰ ਹੈ। ਤੇਰੇ ਉਦਾਸੀਨ ਭੇਖ ਨੂੰ ਕੋਟ-ਕੋਟ ਨਮਸਕਾਰ ਕਰਦੇ ਆ। ਤੂੰ ਸੱਚਮੁੱਚ ਗੁਰੂ ਨਾਨਕ ਸਾਹਿਬ ਜੀ ਦਾ ਲਖਤਾ ਸਰੂਪ, ਸ਼ਕਤੀਆਂ ਦਾ ਭੰਡਾਰ, ਜੋਗੀ ਜਤੀ ਹੈ। ਸਾਡੇ ਭੁਲੇਖੇ ਦੂਰ ਹੋ ਗਏ ਨੇ, ਤੇਰੀ ਲੀਲਾ ਅਪਰੰਪਾਰ ਹੈ। ਸਿੱਧਾ ਇਹ ਕਹਿ ਕੇ ਬਾਬਾ ਜੀ ਤੋਂ ਛੁੱਟੀ ਮੰਗੀ। ਬਾਬਾ ਜੀ ਨੇ ਸਭ ਨੂੰ ਅਸ਼ੀਰਵਾਦ ਦੇ ਕੇ ਵਿਦਿਆ ਕਰ ਦਿੱਤਾ। ਫਿਰ ਸਾਰੇ ਪਿੰਡ ਕਾਦਰਾਬਾਦ ਦੇ ਰਹਿਣ ਵਾਲੇ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਰੋ ਰੋ ਕੇ ਭੁੱਲਾਂ ਬਖਸ਼ਾਣ ਲੱਗੇ। ਬਾਬਾ ਜੀ ਨੇ ਸਭ ਨੂੰ ਬੜੇ ਪਿਆਰ ਤੇ ਦਿਲਾਸੇ ਨਾਲ ਕਿਹਾ, ਭਾਈ ਹੋਣਹਾਰ ਕਦੇ ਨਹੀਂ ਮਿਟ ਸਕਦੀ, ਧੀਰਜ ਕਰੋ, ਦਾਤਾ ਭਲੀ ਕਰੇਗਾ। ਪਰ ਲੋਕ ਅੱਖਾਂ ਭਰ ਕੇ ਪਛਤਾਪ ਕਰ ਰਹੇ ਸਨ। ਭਾਈ ਕਮਲਿਆ ਮੋੜ ਕੇ ਖਾਲੀ, ਉੱਜੜ ਗਏ ਮਿਲਖਾਂ ਦੇ ਵਾਲੀ, ਸਾਥੋਂ ਡਾਢੀ ਭੁੱਲ ਹੋ ਗਈ ਏ, ਤਾਈਓਂ ਫਟਕੜੀ ਫੁੱਲ ਹੋ ਗਈ। ਫਿਰ ਪਿੰਡ ਵਾਲਿਆਂ ਦਤਾਰ ਅੱਗੇ ਝੋਲੀ ਅੱਡ ਕੇ ਕਿਹਾ, ਸਾਨੂੰ ਦੱਸੋ ਸਾਡਾ ਪਿੰਡ ਕਦੋਂ ਆਬਾਦ ਹੋਏਗਾ? ਤਾਂ ਮਹਾਰਾਜ ਨੇ ਕਿਹਾ, ਇਹ ਜਿਹੜਾ ਬੋਹੜ ਦਾ ਬੂਟਾ ਅਸੀਂ ਲਾਇਆ ਹੈ, ਇਹ ਜਦੋਂ ਤੁਹਾਡੇ ਪਿੰਡ ਤੱਕ ਪਹੁੰਚ ਜਾਏਗਾ, ਇਹ ਤੁਹਾਡਾ ਪਿੰਡ ਆਬਾਦ ਹੋ ਜਾਏਗਾ। ਪਿੰਡ ਵਾਲਿਆਂ ਬੇਨਤੀ ਕੀਤੀ, ਬਾਬਾ ਜੀ ਇਸ ਪਿੰਡ ਦਾ ਨਾਂ, ਜੰਗਲ ਦਾ ਨਾਮ ਕਾਦਰਾਬਾਦ ਹੈ, ਕਿਉਂ ਨਾ ਹੋਏ ਕਿ ਹੁਣ ਅਸੀਂ ਇਸ ਪਿੰਡ ਦਾ ਨਾਮ ਬਾਬਾ ਸ਼੍ਰੀ ਚੰਦਰ ਜੀ ਕਰਕੇ ਰੱਖ ਦਈਏ। ਧੰਨ ਬਾਬਾ ਸ਼੍ਰੀ ਚੰਦਰ ਜੀ ਆਖਣ ਲੱਗੇ, ਨਹੀਂ ਪਿੰਡ ਵਾਲਿਓ, ਇਹ ਕਾਦਰਾਬਾਦ ਜਾਂ ਸ਼੍ਰੀ ਚੰਦਰ, ਅੱਜ ਤੋਂ ਬਾਅਦ ਇਸ ਨਗਰ ਦਾ ਨਾਮ ਨਾਨਕ ਚੱਕ ਹੋਵੇਗਾ। ਅੱਜ ਵੀ ਗੁਰਦਾਸਪੁਰ ਡੇਰਾ ਬਾਬਾ ਨਾਨਕ ਤੋਂ 9 ਮੀਲ ਦੀ ਦੂਰੀ ਤੇ ਇਹ ਪਾਵਨ ਅਸਥਾਨ ਹੈ, ਜਿੱਥੇ ਭਗਵਾਨ ਸ਼੍ਰੀ ਚੰਦਰ ਮਹਾਰਾਜ ਜੀ ਨੇ ਚਰਨ ਪਾਏ। ਬੜਾ ਪਿਆਰਾ ਅਸਥਾਨ ਬਣਿਆ ਹੋਇਆ ਹੈ। ਅੱਜ ਵੀ ਸਾਰੀਆਂ ਸੰਗਤਾਂ ਜਾ ਕੇ ਦਰਸ਼ਨ ਕਰੋ, ਖੁਸ਼ੀਆਂ ਲਵੋ। ਧੰਨ ਬਾਬਾ ਸ਼੍ਰੀ ਚੰਦਰ ਜੀ ਕਿਰਪਾ ਕਰਨ, ਸਾਰੇ ਸੰਸਾਰ ਤੇ ਸੁਖ ਵਰਤਾਉਣ।
ਆਪਣੇ ਚਰਨਾਂ ਕਮਲਾਂ ਦੀ ਪ੍ਰੀਤ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪ੍ਰਤਾਪ ਸਾਰੇ ਨਗਰ ਤੇ ਸਦਾ ਬਣਿਆ ਰਹੇ। ਸਾਰੀਆਂ ਸੰਗਤਾਂ ਆਖੋ ਜੀ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।